अस्सलामुअलैकुम नाजरीन, मैं हूं आपका मेज़बान हसनात चीमा और आप देख रहे हैं पाकिस्तान व्यूज़। नाजरीन, इस वक्त मैं मौजूद हूं एक कब्रिस्तान में और आज आपके साथ जो स्टोरी शेयर करने जा रहा हूं वो इंसान की हकीकत के बारे में एक स्टोरी है। इंसान अपनी हकीकत से गाफिल है, इंसान अपनी हकीकत से इनकारी तो नहीं है, लेकिन इंसान इस दुनिया की रंगीनियों, आसाइशों और तरह तरह की इस मस्तियों के अंदर इतना गुम हो चुका है कि इंसान अपनी असल हकीकत को पहचानता ही नहीं है। इंसान अपनी असल हकीकत को भूल बैठा है। आज की स्टोरी मेरे साथ इस वक्त मौजूद हैं एक गोरकन। इन गोरकन की स्टोरी है, इनसे पूछते हैं, इनसे जानते हैं कि कब्रिस्तान में कितने सालों से कब्र कुचाई का काम कर रहे हैं। कब्रिस्तान के वाक़यात के बारे में इनसे जानेंगे, किस तरह से कब्रिस्तान में गुज़र बसर करते हैं, आया कौन कौन सी ऐसे वाक़यात हैं जो इन्होंने अपनी जागती आंखों से देखे हैं। इंसान की हकीकत तो फ़कत सिर्फ इतनी ही है कि मिट्टी का बना हुआ पुतला महज मिट्टी के अंदर ही मिल जाता है और मटिया मेल हो जाता है। तो ये इंसान की हकीकत है, लेकिन हम लोग आज की हकीकत से, अपनी हकीकत से हम लोग गाफिल हो चुके हैं। तो आइए इनसे बातचीत करते हैं। अस्सलाम वालेकुम। वालेकुम अस्सलाम। तुरको की ना है ਤੁਹਾਡਾ? मोहम्मद नवाज नक्शबंदी। कितनी देर हो गई इत्थे तुही कब्रिस्तान च कब्र कुशाई ਦਾ ਕੰਮ ਕਰਦੇ ਹੋ? ਪਹਿਲੇ ਮੇਰੇ ਚਾਚੂ ਜਾਨ ਸਨ, ਉਹਨਾਂ ਨਾਲ ਸਾਡੇ 2-4 ਸਾਲ। ਉਸ ਤੋਂ ਬਾਅਦ ਫਿਰ 24 ਸਾਲ ਮੈਨੂੰ ਹੋ ਗਏ ਨੇ ਇੱਥੇ ਕਬਰਿਸਤਾਨ ਦੀ ਖਿਦਮਤ ਕਰਦੇ। 24 ਸਾਲ ਦੇ ਵਿੱਚ ਤੁਸੀਂ ਕਿੰਨੀਆਂ ਕੁ ਕਬਰਾਂ ਖੋਦ ਲਈਆਂ ਹੋਣੀਆਂ? ਕੋਈ ਹਿਸਾਬ ਨਹੀਂ, ਗਿਣੀਆਂ ਤੇ ਨਾ ਜਾਂਦੀਆਂ ਇੰਨੇ ਉਮਰ 'ਚ। ਕੋਈ ਹਿਸਾਬ ਹੀ ਕੋਈ ਨਹੀਂ। ਹਿਸਾਬ ਨਹੀਂ। ਦੋ ਵੀ ਦਿਹਾੜੇ 'ਚ ਕਿਸੇ ਦਿਨ ਖਾਲੀ ਵੀ ਲੰਘ ਜਾਂਦਾ। ਲੇਕਿਨ ਕਾਫੀ ਕੋਈ ਸਾਲ ਵੱਧ ਹੀ ਹੈ, 24 ਸਾਲ ਤੋਂ ਘੱਟ ਨਹੀਂ। ਕਾਫੀ ਖੋਲ ਛੜੀਆਂ ਨੇ, ਹਿਸਾਬ ਨਹੀਂ ਹੁਣ ਮਾਸ਼ਾ। ਤੇ ਬੜੇ ਬੜੇ ਵੱਡੇ ਸਿਕੰਦਰੇ ਆਜ਼ਮ ਵਰਗੇ ਲੋਕ ਵੀ ਇੱਥੇ ਆਏ ਹੋਣੇ ਨੇ ਦਫਨ ਹੋਣ ਵਾਸਤੇ। ਅਮੀਰ, ਮੇਰਾ ਮਤਲਬ ਹੈ ਅਮੀਰ ਲੋਕ। ਬੜੇ ਬੜੇ ਗਰੀਬ ਲੋਕਾਂ ਦੀਆਂ ਵੀ ਕਬਰਾਂ ਖੋਦੀਆਂ ਹੋਣੀਆਂ। ਤੇ ਕੀ ਇਨਸਾਨ ਦੀ ਅਸਲ ਹਕੀਕਤ ਕੀ ਹੈ? ਬਸ ਜੇ ਉਹ ਕਰਨਾ ਸੋਚ ਭਰਨਾ, ਹਕੀਕਤ ਕੀ ਹੋਣੀ ਹੈ। ਜੇ ਅਸੀਂ ਕਬਰ ਖੋਦਦੇ ਹਾਂ, ਕੋਈ ਸਖਤ ਆ ਜਾਂਦੀ ਹੈ ਮਿੱਟੀ, ਕੋਈ ਨਰਮ ਆ ਜਾਂਦੀ ਹੈ। ਤੇ ਜਿਹੜਾ ਅੱਲਾ ਦਾ ਜੀ ਹੋਵੇ ਉਹਦੀ ਕਬਰ ਫੁੱਲਾਂ ਵਾਂਗੂ ਨਿਕਲਦੀ ਹੈ। ਤੇ ਜਿਹਨੇ 4 ਦਿਨ ਯਸ਼ੀ ਕੀਤੀ ਹੋਵੇ ਜਾਂ ਮਾੜਿਆਂ ਨੂੰ ਤਰਇਆ ਹੋਵੇ, ਉਹ ਫਿਰ ਤੁਸੀਂ ਆਪ ਬਿਹਤਰ ਜਾਣਦੇ ਹੋ ਕੀ ਹਾਲ ਹੈ। ਕੋਈ ਐਸਾ ਵਾਕਿਆ ਵੇਖਿਆ ਹੋਵੇ ਕਬਰ ਖੋਦਦਿਆਂ ਕਿ ਕੁਛ ਤੁਸੀਂ ਕਬਰ ਖੋਦਦਿਆਂ ਕੋਈ ਵਾਕਿਆ ਐਸਾ ਤੁਹਾਡੇ ਨਾਲ ਪੇਸ਼ ਆਇਆ ਹੋਵੇ? ਕਬਰ ਖੋਦਣ ਦਾ ਇਹ ਹੁੰਦਾ ਹੈ ਮੇਰਾ ਭਾਈ ਕਿ ਕਬਰ ਖੋਦਦਿਆਂ ਥੱਲੇੋਂ ਸਲੇਟਾਂ ਆ ਗਈਆਂ ਨੇ 2 ਫੁੱਟ ਥੱਲੇ ਜਾ ਕੇ। ਉਦੋਂ ਥੱਲੇ ਜਾਣ ਦਾ ਫਿਰ ਸਾਨੂੰ ਆਰਡਰ ਨਹੀਂ ਹੋ ਸਕਦਾ। ਥੱਲੇ ਔਰਤ ਹੋਵੇ, ਕਿਸੇ ਦਾ ਪਰਦਾਦਾਰ ਹੋ ਜਾਏ, ਸਿਰਫ ਸਲੇਟਾਂ ਆ ਜਾਣ ਤੇ ਅਸੀਂ ਜਗ੍ਹਾ ਬਦਲ ਲੈਂਦੇ। ਉਹਦੇ 'ਚ ਸਾਨੂੰ ਮਜ਼ਦੂਰੀ ਸਾਡੀ ਦੁਬਾਰਾ ਮਿਲੇ ਉਸ ਜਗ੍ਹਾ ਦੀ ਜਾਂ ਨਾ ਮਿਲੇ, ਉਹ ਸਾਡੀ ਸਿਰ ਪੀੜ ਹੁੰਦੀ ਹੈ। ਕਬਰਿਸਤਾਨ ਆਉਣ ਤੋਂ ਲੋਕੀ ਬਹੁਤ ਜ਼ਿਆਦਾ ਖੌਫਜ਼ਦਾ ਹੁੰਦੇ ਨੇ। ਲੋਕੀ ਇਸ ਜਗ੍ਹਾ ਤੋਂ ਘਬਰਾਉਂਦੇ ਨੇ। ਇਸ ਖੌਫ ਦੀ ਕੀ ਵਜ੍ਹਾ ਹੈ? ਜਦ ਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਸੀ ਕਿ ਤੁਸੀਂ ਕਬਰਿਸਤਾਨ ਜਾਇਆ ਕਰੋ, ਦੁਆ ਕਰਿਆ ਕਰੋ ਆਪਣੇ ਪਿਆਰਿਆਂ ਵਾਸਤੇ। ਹੁਣ ਮਿਸ਼ਨ ਹੀ ਇੰਨੇ ਕੁ ਹੋ ਗਏ ਨੇ, ਕਬਰਿਸਤਾਨ ਨਾਲ ਆਉਣ ਤੇ ਕਿਸੇ ਦਾ ਟਾਈਮ ਹੀ ਕੋਈ ਨਹੀਂ ਲੱਗਦਾ। ਮਹਿੰਗਾਈ ਇੰਨੀ ਕੁ ਹੋ ਗਈ ਹੈ, ਮਾਮਲਾਤ ਇੰਨੇ ਕੁ ਹੋ ਗਏ ਨੇ ਕਿ ਕਬਰਿਸਤਾਨ ਰਜੂ ਬੰਦਿਆਂ ਦਾ ਬਹੁਤ ਘੱਟ ਹੈ। ਰਾਤ ਨੂੰ ਕਬਰਿਸਤਾਨ ਦੇ ਕੀ ਮੰਜ਼ਰ ਹੁੰਦਾ ਹੈ? ਕਦੀ ਕੋਈ ਖੌਫ ਆਇਆ? ਨਹੀਂ ਜੀ, ਅੱਲਾ ਦੀ ਬੜੀ ਰਹਿਮਤ। ਇੰਨੇ ਅਰਸੇ 'ਚ ਮੈਨੂੰ ਕੋਈ ਖੌਫ ਨਹੀਂ ਆਇਆ। ਕਬਰ ਕੱਢਦਿਆਂ ਵੀ ਕੋਈ ਮਸਲਾ ਨਹੀਂ। ਅੱਲਾ ਪਾਕ ਦੀ ਬੜੀ ਰਹਿਮਤ ਹੈ। ਮੈਂ ਆਪਣੇ ਪੀਰੋ ਮੁਰਸ਼ਿਦ ਦਾ ਨਾਂ ਲੈ ਕੇ ਕਬਰ ਸ਼ੁਰੂ ਕਰਨਾ, ਅੱਲਾ ਦੀ ਬੜੀ ਰਹਿਮਤ ਹੁੰਦੀ ਹੈ। ਲੋਕ ਕਹਿੰਦੇ ਨੇ ਕਿ ਰਾਤ ਨੂੰ ਕਬਰਿਸਤਾਨ ਦੇ ਵਿੱਚ ਜਿੰਨਾਤ ਤੇ ਚੁੜੇਲਾਂ ਇਸ ਤਰ੍ਹਾਂ ਦੇ ਮੰਜ਼ਰ ਹੁੰਦੇ ਨੇ, ਇਸ ਤਰ੍ਹਾਂ ਦੇ ਕੰਮ ਹੁੰਦੇ ਨੇ। ਤੁਸੀਂ ਕਦੀ ਵੇਖਿਆ ਇਸ ਤਰ੍ਹਾਂ ਦਾ ਕੋਈ ਮਾਮਲਾ? ਜੀ ਨਹੀਂ, ਮੈਂ ਜਦੋਂ ਘਰੋਂ ਨਿਕਲਣਾ ਮੈਂ ਆਪਣੇ ਪੀਰਾਂ ਨੂੰ ਯਾਦ ਕਰਕੇ ਨਿਕਲਣਾ। ਅੱਜ ਤੱਕ ਅੱਲਾ ਦੀ ਰਹਿਮਤ ਇੰਨੀ ਸਰਵਿਸ ਵਿੱਚ ਕੋਈ ਨਹੀਂ ਵੇਖੀ। ਇਨਸਾਨ ਦੀ ਅਸਲ ਹਕੀਕਤ ਤੁਸੀਂ ਦੱਸਿਆ ਵੇ, ਮੈਂ ਵੀ ਦੱਸਿਆ ਕਿ ਇਹ ਹੀ ਹੈ, ਇਹ ਮਿੱਟੀ ਅਸਲ ਹਕੀਕਤ ਹੈ ਇਨਸਾਨ ਦੀ। ਲੇਕਿਨ ਫਿਰ ਕਿਉਂ ਲੋਕ ਗਾਫਲ ਨੇ? ਆਪਣੀ ਹਕੀਕਤ ਨੂੰ ਕਿਉਂ ਨਹੀਂ ਲੋਕ ਪਹਿਚਾਨਦੇ? ਉਹਨਾਂ ਨੂੰ ਬਸ ਪੈਸੇ ਦੀ ਹੈ। ਬਸ ਪੈਸੇ ਇਕੱਠੇ ਕਰ ਲਈਏ, 4 ਦਿਨ ਜ਼ਿੰਦਗੀ ਸੌਖੀ ਗੁਜ਼ਾਰ ਜਾਈਏ। ਕਬਰਿਸਤਾਨ ਤੇ ਫਿਰ ਕਿਸੇ ਨੂੰ ਯਾਦ ਹੁੰਦਾ ਨਾ, 100 ਚੋਂ ਕਿ 5-4 ਬੰਦਿਆਂ ਨੂੰ, ਹਰ ਬੰਦੇ ਨੂੰ ਕਬਰਿਸਤਾਨ ਯਾਦ ਹੋਵੇ ਤੇ ਫਿਰ ਤੁਸੀਂ ਆਪ ਬਿਹਤਰ ਜਾਣਦੇ ਹੋ। ਇਨਸਾਨ ਦੀ ਅਸਲ ਜਗ੍ਹਾ ਤੇ ਫਿਰ ਇਹ ਹੀ ਹੈ ਨਾ। ਬੰਦਾ ਭਾਵੇਂ ਜਿੰਨੀਆਂ ਮਰਜ਼ੀ ਕੋਠੀਆਂ, ਬੰਗਲੇ, ਕਾਰਾਂ, ਗੱਡੀਆਂ ਬਣਾਉਂਦਾ ਫਿਰੇ, ਆਣਾ ਤੇ ਇੱਥੇ ਹੀ ਹੈ। ਇੱਥੇ ਭਾਵੇਂ ਮੇਰਾ ਵੀਰ 100 ਸਾਲ ਵੀ ਜੀ ਲਵੇ, ਆਉਣਾ ਤੇ ਇੱਥੇ ਸਾਰੀ ਉਮਰ ਦੀ ਜਗ੍ਹਾ ਇੱਥੇ ਬਣਾਉਣੀ। ਤੂੰ ਭਾਵੇਂ ਦੁਨੀਆ 'ਤੇ ਰਹਿ ਕੇ ਬਣਾ ਲੇ ਤੇ ਬਿਹਤਰ ਹਾਲੇ ਹੀ ਹੈ। ਤੇ ਜੇ ਇੱਥੇ ਆ ਕੇ ਤੇ ਫਿਰ ਸਾਈਆਂ ਮਰਜ਼ੀ ਨਾਲ ਦੇਣੀ ਹੈ ਨਾ, ਆਪਣੇ ਹਿਸਾਬ ਦੀ। ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ? ਕੋਈ ਐਸਾ ਮੈਸੇਜ, ਤੁਸੀਂ 20-25 ਸਾਲ ਤੋਂ ਇੱਥੇ ਇਸ ਕਬਰਿਸਤਾਨ ਦੇ ਵਿੱਚ ਕਬਰ ਕੁਸ਼ਾਈ ਦਾ ਕੰਮ ਕਰਦੇ ਹੋ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਦੇ ਹੀ ਦਿਆਂਗਾ, ਆਉਣਾ ਚਾਹੀਦਾ। ਚਲੋ ਬੰਦਾ 8 ਦਿਨ ਹੀ ਆਵੇ, ਆ ਕੇ ਦੁਆ ਸ਼ੁਆ ਪੜ੍ਹੇ, ਜੁਮਾ ਪੜ੍ਹ ਕੇ ਆ ਜਾਏ, ਜੁਮੇਰਾਤੀ ਆ ਜਾਏ। ਇੰਨਾ ਕੁਝ ਸਾਡੇ ਲਈ ਕਰਕੇ ਜਾਂਦੇ ਨੇ ਤੇ ਅਸੀਂ ਉਹਨਾਂ ਲਈ 8 ਦਿਨ ਦੁਆ ਵੀ ਨਾ ਮੰਗੇ ਆ ਜਾਈਏ ਤੇ ਫਿਰ ਸਾਡੀ ਜ਼ਿੰਦਗੀ ਦਾ ਕੀ ਫਾਇਦਾ? ਆਉਣਾ ਚਾਹੀਦਾ ਕਬਰਿਸਤਾਨ ਦੇ ਵਿੱਚ।
ਆਉਣਾ ਚਾਹੀਦਾ, ਬਿਲਕੁਲ ਆਉਣਾ ਚਾਹੀਦਾ। ਮਹੀਨੇ ਬਾਅਦ ਆ ਜਾਣਾ, 8 ਦਿਨ ਆ ਜਾਏ, 15 ਦਿਨ ਆਵੇ, ਆਉਣਾ ਚਾਹੀਦਾ। ਤੇ ਵਿੱਚ ਜਿਹਦੇ ਚੀਜ਼ ਨੇ ਜਿਹੜੇ 2 ਸਾਲ ਨਹੀਂ ਬਣਦੇ। ਕਿਸੇ ਵਾਸਤੇ ਨਹੀਂ, ਆਪਣੇ ਵਾਸਤੇ ਆਉਣਾ ਚਾਹੀਦਾ। ਅਗਰ ਅੱਜ ਅਸੀਂ ਕਿਸੇ ਵਾਸਤੇ ਆਵਾਂਗੇ, ਕਿਸੇ ਦੇ ਪਿੱਛੇ ਦੁਆ ਕਰਾਂਗੇ, ਤੇ ਕੱਲ ਨੂੰ ਅਸੀਂ ਵੀ ਇੱਥੇ ਹੀ ਆਣਾ, ਸਾਡੇ ਪਿੱਛੇ ਵੀ ਕੋਈ ਆਏ। ਵੇਖੋ ਜੀ, ਸਾਨੂੰ ਮਾਂ-ਬਾਪ ਜੰਮਦਾ ਪਾਲਦਾ, ਮਾਸ਼ਾਅੱਲਾ ਤਲੀਮ ਯਾਫਤਾ ਕਰਦਾ, ਅੱਗੋਂ ਸਾਡੇ ਮੁਕੱਦਰ ਨੇ ਪੜ੍ਹੀਏ ਜਾਂ ਨਾ ਪੜ੍ਹੀਏ, ਤੇ ਇਹ ਸਾਨੂੰ ਵਿਆਹੁੰਦੇ ਨੇ, ਸਭ ਕੁਝ ਸਾਡਾ ਕਰਦੇ ਨੇ। ਤੇ ਜੇ ਹੁਣ ਅਸੀਂ ਮਹੀਨੇ ਬਾਅਦ ਵੀ ਦੁਆ ਨਾ ਮੰਗੀ ਆ ਕੇ, ਫਿਰ ਕੀ ਫਾਇਦਾ ਸਾਡਾ? ਇਹ ਸਦਕਾ ਜਾਰੀਆ ਕਾਹਦਾ ਹੁੰਦਾ, ਔਲਾਦ ਕਾਹਦੇ ਵਾਸਤੇ? ਇਹ ਲੋਕ ਨੇ, ਲੇਕਿਨ ਵੇਖ ਲੋ ਕਿ ਅੱਜ ਸਾਡਾ ਮਾਸ਼ਰਾ ਕਿਸ ਤਰਫ ਜਾ ਰਿਹਾ ਹੈ। ਐਸੀ ਤਲੀਮ ਦਾ ਕੋਈ ਫਾਇਦਾ ਹੈ ਕਿ ਤੁਸੀਂ ਆਪਣੇ ਮਾਂ-ਬਾਪ ਵਾਸਤੇ ਕਬਰਸਤਾਨ ਜਾ ਕੇ ਹੱਥ ਚੁੱਕ ਕੇ ਦੁਆ ਨਹੀਂ ਮੰਗ ਸਕਦੇ? ਮੈਂ ਤਾਂ ਸਮਝਾਂਗਾ ਕੋਈ ਨਹੀਂ। ਸਾਦੀ ਜ਼ਿੰਦਗੀ ਹੋਣੀ ਚਾਹੀਦੀ, ਲੇਕਿਨ ਇਹ ਕਿ ਦੁਆ ਆ ਕੇ 8 ਦਿਨ ਮੰਗਣੀ ਚਾਹੀਦੀ, 15 ਦਿਨ, ਮਹੀਨੇ ਬਾਅਦ, 2 ਮਹੀਨਿਆਂ ਬਾਅਦ। ਵਿੱਚ ਜੀ ਉਹਨੇ ਜਾਂਦੇ ਹੀ ਨੇ, खबरां बराबर हो जाती हैं। नाजरीन, ये इस कब्रिस्तान के गोरकन हैं जो पिछले 20 से 25 साल यहाँ पे अपनी ज़िंदगी का एक अरसा गुजार चुके हैं और यहाँ पे कब्र कुशाई का काम करते हैं, कब्रें खोदते हैं। और ये कह रहे हैं कि इनको पता ही नहीं है कितनी लामुतनाही तादाद में ये कब्रें खोद चुके हैं। उसमें सिकंदर आज़म जैसे अमीर लोग भी यहाँ पे आके दफन हुए हैं और गरीब लोग भी यहाँ पे आके दफन हुए हैं, जबकि इंसान की हकीकत सिर्फ़ और सिर्फ यही है कि उसने अपनी आखिरी और अपनी जो उसकी मुस्तकिल ज़िंदगी है वो इसी जगह पे आके मदफून होकर फिर अपनी ज़िंदगी गुजारनी है। तो हमें चाहिए कि हम अपनी जो आने वाली ज़िंदगी है, जो हम अपनी आखिरत है, उसको संवारें। अपने प्यारों के पास, अपने जो आपसे बिछड़ गए हैं उनके पास आया करें, उनके लिए दुआ किया करें, सिर्फ़ इसलिए कि आप जब यहाँ पे आएंगे, जब आपका ये वक्त आएगा तो आपके लिए भी हाथ उठाकर दुआ करने वाला मौजूद होगा। तो ये स्टोरी आपको बताने का और दिखाने का मकसद सिर्फ यही था कि हम लोग जो दुनिया की रंगीनियों में, दुनिया की आसाइशों में इस कदर गुम हो चुके हैं, इस कदर हम गाफिल हो चुके हैं कि हम अपनी आखिरत ही भूल चुके हैं। हमारी असल हकीकत क्या है, इंसान की असल पहचान तो यही है ना, हम अपनी पहचान ही भूल चुके हैं। अपने मेज़बान हसनात चीमा को इजाज़त दीजिएगा। देखते रहिए पाकिस्तान व्यूज़। अल्लाह निगहबान।